ਬੱਚਿਓ ਨਿਸ਼ੇਚਨ ਪ੍ਰਕਿਰਿਆ ਅਤੇ ਯੁਗਮਜ ਬਣਨ ਤੋਂ ਬਾਅਦ ਅੱਜ ਆਪਾਂ ਪੜਾਂਗੇ ਭਰੂਣ ਦਾ ਵਿਕਾਸ ਕਿ ਭਰੂਣ ਦਾ ਵਿਕਾਸ ਕਿਵੇਂ ਹੁੰਦਾ ਹੈ। ਸਭ ਤੋਂ ਪਹਿਲਾ ਚਰਨ ਨਿਸ਼ੇਚਨ ਪ੍ਰਕਿਰਿਆ ਹੈ। ਨਿਸ਼ੇਚਨ ਪ੍ਰਕਿਰਿਆ ਹੋਣ ਤੋਂ ਬਾਅਦ ਯੁਗਮਜ ਪੈਦਾ ਹੁੰਦਾ ਹੈ। ਉਸ ਤੋਂ ਬਾਅਦ ਜਿਵੇਂ ਹੀ ਯੁਗਮਜ ਬਣਦਾ ਹੈ ਉਸ ਦੇ ਵਿੱਚ ਲਗਾਤਾਰ ਵਿਭਾਜਨ ਹੋਣਾ ਸ਼ੁਰੂ ਹੋ ਜਾਂਦਾ ਹੈ। ਵਿਭਾਜਨ ਦਾ ਮਤਲਬ ਹੈ ਕਿ ਸੈੱਲ ਭਾਗਾਂ ਵਿੱਚ ਵੰਡਣੇ ਸ਼ੁਰੂ ਹੋ ਜਾਂਦੇ ਹਨ। ਜਿਵੇਂ ਕਿ ਜਦੋਂ ਯੁਗਮਜ ਹੁੰਦਾ ਹੈ ਤਾਂ ਇਹ ਇੱਕ ਸੈੱਲ ਹੀ ਹੁੰਦਾ ਹੈ, ਇਹਦੇ ਵਿੱਚ ਇੱਕ ਹੀ ਸੈੱਲ ਹੁੰਦਾ ਹੈ ਕਿਉਂਕਿ ਅੰਡਾਣੂ ਅਤੇ ਸ਼ੁਕਰਾਣੂ ਦੇ ਕੇਂਦਰਕ ਦਾ ਸੁਮੇਲ ਹੋ ਜਾਂਦਾ ਹੈ ਅਤੇ ਇੱਕ ਸੈੱਲ ਬਣ ਜਾਂਦਾ ਹੈ। ਉਸ ਤੋਂ ਬਾਅਦ ਉਸ ਇੱਕ ਸੈੱਲ ਦੇ ਵਿੱਚ ਲਗਾਤਾਰ ਵਿਭਾਜਨ ਯਾਨੀ ਕਿ ਉਹ ਭਾਗਾਂ ਵਿੱਚ ਵੰਡਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਕਿ ਪਹਿਲਾਂ 2 ਭਾਗ, ਫਿਰ 4 ਭਾਗ, ਫਿਰ 8 ਭਾਗ, ਫਿਰ 16 ਭਾਗ, ਫਿਰ 32 ਭਾਗ, ਇਸ ਤਰ੍ਹਾਂ ਹੁੰਦੇ ਹੁੰਦੇ ਉਸ ਦੇ ਵਿੱਚ ਸੈੱਲਾਂ ਦਾ ਵਿਭਾਜਨ ਹੋਣ ਤੋਂ ਬਾਅਦ ਸੈੱਲਾਂ ਦਾ ਇੱਕ ਗੋਲਾ ਜਿਹਾ ਬਣ ਜਾਂਦਾ ਹੈ। ਉਸ ਗੋਲੇ ਦੇ ਵਿੱਚ ਉਸ ਤੋਂ ਬਾਅਦ ਸੈੱਲ ਸਮੂਹਾਂ ਦੇ ਵਿੱਚ ਵੰਡਣੇ ਸ਼ੁਰੂ ਹੋ ਜਾਂਦੇ ਹਨ। ਅਲੱਗ-ਅਲੱਗ ਛੋਟੇ-ਛੋਟੇ ਕੁਝ ਸੈੱਲਾਂ ਦਾ ਸਮੂਹ ਬਣਨਾ ਸ਼ੁਰੂ ਹੋ ਜਾਂਦਾ ਹੈ। ਉਸ ਸਮੂਹ ਤੋਂ ਭਿੰਨ-ਭਿੰਨ ਟਿਸ਼ੂ ਬਣਦੇ ਹਨ ਅਤੇ ਟਿਸ਼ੂਆਂ ਤੋਂ ਸਰੀਰ ਦੇ ਸਾਰੇ ਅੰਗ ਵਿਕਸਿਤ ਹੋਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਸਾਰੇ ਅੰਗ ਵਿਕਸਿਤ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਉਸ ਰਚਨਾ ਨੂੰ ਭਰੂਣ ਕਿਹਾ ਜਾਂਦਾ ਹੈ। ਇਸ ਭਰੂਣ ਦਾ ਭਰਪੂਰ ਵਿਕਾਸ, ਪੂਰਾ ਵਿਕਾਸ ਬੱਚੇਦਾਨੀ ਦੇ ਵਿੱਚ ਹੁੰਦਾ ਹੈ। ਉਸ ਸਮੇਂ ਦੌਰਾਨ ਹੌਲੀ-ਹੌਲੀ ਸਾਰੇ ਅੰਗ ਜਿਵੇਂ ਕਿ ਹੱਥ, ਕੰਨ, ਨੱਕ, ਮੂੰਹ, ਸਿਰ, ਅੱਖਾਂ, ਸਾਰੇ ਅੰਗ ਵਿਕਸਿਤ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਹ ਅਵਸਥਾ ਜਦੋਂ ਭਰੂਣ ਦੇ ਵਿੱਚ ਸਾਰੇ ਅੰਗ ਵਿਕਸਿਤ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਉਸ ਨੂੰ ਫੀਟਸ ਕਿਹਾ ਜਾਂਦਾ ਹੈ ਅਤੇ ਫੀਟਸ ਤੋਂ ਬਾਅਦ ਮਾਂ ਬੱਚੇ ਨੂੰ ਜਨਮ ਦਿੰਦੀ ਹੈ। ਇਹ ਸਾਰਾ ਜੋ ਮੈਂ ਫਲੋ ਚਾਰਟ ਲਿਖਿਆ ਹੈ ਇਸ ਨਾਲ ਤੁਹਾਨੂੰ ਆਸਾਨੀ ਹੋਵੇਗੀ ਇਸ ਨੂੰ ਸਮਝਣ ਅਤੇ ਯਾਦ ਕਰਨ ਦੇ ਵਿੱਚ। ਆਓ ਹੁਣ ਆਪਾਂ ਚਿੱਤਰ ਰਾਹੀਂ ਸਮਝਦੇ ਹਾਂ ਕਿ ਅੰਡ ਕੋਸ਼ ਦੇ ਵਿੱਚ ਅੰਡਾਣੂ ਦਾ ਨਿਰਮਾਣ ਹੋਇਆ ਅਤੇ ਉਸ ਤੋਂ ਬਾਅਦ ਇੱਥੇ ਸ਼ੁਕਰਾਣੂ ਦਾ ਸੁਮੇਲ ਹੋਣ ਤੋਂ ਬਾਅਦ ਯੁਗਮਜ ਬਣਿਆ ਹੈ ਜੋ ਕਿ ਇੱਕ ਸੈੱਲੀ ਹੈ। ਉਸ ਤੋਂ ਬਾਅਦ ਯੁਗਮਜ ਦਾ ਵਿਭਾਜਨ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਇਸ ਨਿਕਾਸ ਵਹਿਨੀ ਦੇ ਵਿੱਚ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਅੰਡ ਕੋਸ਼ ਤੋਂ ਬਾਅਦ ਨਿਕਾਸ ਵਹਿਨੀ ਨਿਕਲਦੀ ਹੈ ਉਸ ਦੇ ਵਿੱਚ ਹੀ ਇੱਕ ਸੈੱਲੀ ਯੁਗਮਜ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ। ਦੇਖੋ ਵਿਭਾਜਨ ਤੋਂ ਬਾਅਦ ਸਭ ਤੋਂ ਪਹਿਲਾਂ 2 ਸੈੱਲ ਬਣੇ, ਫਿਰ 4 ਸੈੱਲ ਬਣੇ, ਫਿਰ 8 ਸੈੱਲ ਬਣੇ। ਉਸ ਤੋਂ ਬਾਅਦ ਸੈੱਲਾਂ ਦਾ ਇੱਕ ਗੋਲਾ ਜੋ ਕਿ ਇੱਥੇ ਮੈਂ ਤੁਹਾਨੂੰ ਦੱਸਿਆ ਸੀ, ਸੈੱਲਾਂ ਦਾ ਇੱਕ ਗੋਲਾ ਬਣਨਾ ਸ਼ੁਰੂ ਹੋ ਗਿਆ ਅਤੇ ਹੁਣ ਤੱਕ ਇਹ ਨਿਕਾਸ ਵਹਿਨੀ ਤੋਂ ਬੱਚੇਦਾਨੀ ਤੱਕ ਪਹੁੰਚ ਗਿਆ ਹੈ। ਉਸ ਤੋਂ ਬਾਅਦ ਸੈੱਲਾਂ ਦੇ ਸਮੂਹ ਬਣ ਗਏ ਹਨ ਜੋ ਕਿ ਟਿਸ਼ੂ ਬਣਨੇ ਸ਼ੁਰੂ ਹੋ ਗਏ ਹਨ ਅਤੇ ਇਸ ਤੋਂ ਬਾਅਦ ਬੱਚੇ ਦੇ ਅੰਗਾਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਕਿ ਇਸ ਨੂੰ ਆਪਾਂ ਭਰੂਣ ਕਹਿੰਦੇ ਹਾਂ ਅਤੇ ਜਦੋਂ ਅੰਗ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦੇ ਹਨ ਉਸ ਨੂੰ ਆਪਾਂ ਫੀਟਸ ਕਹਿੰਦੇ ਹਾਂ। ਇਸ ਨੂੰ ਰੋਪਣ ਭਰੂਣ ਕਿਹਾ ਜਾਂਦਾ ਹੈ। ਰੋਪਣ ਭਰੂਣ ਮਤਲਬ ਜਦੋਂ ਉਹ ਬੱਚੇਦਾਨੀ ਦੀ ਕੰਧ ਦੇ ਵਿੱਚ ਪੂਰੀ ਤਰ੍ਹਾਂ ਫਿਕਸ ਹੋ ਜਾਂਦਾ ਹੈ ਕਿਉਂਕਿ ਮਾਂ ਦੇ ਸਰੀਰ ਦੇ ਅੰਦਰ ਲਗਭਗ 9 ਮਹੀਨੇ ਦਾ ਸਮਾਂ ਲੱਗਦਾ ਹੈ ਫੀਟਸ ਨੂੰ ਪੂਰਾ ਤਿਆਰ ਹੋਣ ਦੇ ਵਿੱਚ ਅਤੇ ਬੱਚੇ ਦਾ ਜਨਮ ਹੋਣ ਦੇ ਵਿੱਚ। ਉਸ ਸਮੇਂ ਦੌਰਾਨ ਜੋ ਭਰੂਣ ਹੈ ਉਹ ਬੱਚੇਦਾਨੀ ਦੀ ਕੰਧ ਦੇ ਵਿੱਚ ਵਿਕਸਿਤ ਹੁੰਦਾ ਹੈ ਅਤੇ ਇਸ ਨੂੰ ਭਰਪੂਰ ਪੋਸ਼ਣ ਇਸੇ ਤਰ੍ਹਾਂ ਮਿਲਦਾ ਹੈ ਕਿਉਂਕਿ ਇਹ ਜਦੋਂ ਬੱਚੇਦਾਨੀ ਦੀ ਕੰਧ ਦੇ ਵਿੱਚ ਵਿਕਸਿਤ ਹੈ ਭਰੂਣ ਅਤੇ ਮਾਂ ਦਾ ਲਹੂ ਲਗਾਤਾਰ ਸੰਪਰਕ ਦੇ ਵਿੱਚ ਰਹਿੰਦੇ ਹਨ ਅਤੇ ਭਰੂਣ ਆਪਣਾ ਪੂਰਾ ਪੋਸ਼ਣ ਮਾਂ ਦੇ ਲਹੂ ਤੋਂ ਹੀ ਪ੍ਰਾਪਤ ਕਰਦਾ ਹੈ। ਮਾਂ ਜੋ ਵੀ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਖਾਂਦੀ ਹੈ ਉਹ ਸਾਰਾ ਹੀ ਭਰੂਣ ਨੂੰ ਮਿਲਦਾ ਹੈ ਅਤੇ ਉਸ ਦਾ ਵਿਕਾਸ ਪੂਰੀ ਤਰ੍ਹਾਂ ਹੁੰਦਾ ਹੈ। ਉਸ ਤੋਂ ਅੱਗੇ ਆਪਾਂ ਪੜ੍ਹਦੇ ਹਾਂ 2 ਤਰ੍ਹਾਂ ਦੇ ਜੰਤੂ ਹੁੰਦੇ ਹਨ। ਇੱਕ ਅਜਿਹੇ ਜੰਤੂ ਜੋ ਸਿੱਧਾ ਹੀ ਬੱਚਿਆਂ ਨੂੰ ਜਨਮ ਦਿੰਦੇ ਹਨ ਜਿਵੇਂ ਕਿ ਮਨੁੱਖ ਜੋ ਆਪਾਂ ਹੁਣੇ ਹੀ ਪੜ੍ਹ ਰਹੇ ਹਾਂ ਅਤੇ ਇੱਕ ਦੂਜੇ ਤਰ੍ਹਾਂ ਦੇ ਜੰਤੂ ਜੋ ਅੰਡੇ ਦਿੰਦੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਅੰਡਿਆਂ ਵਿੱਚੋਂ ਬੱਚਾ ਵਿਕਸਿਤ ਹੁੰਦਾ ਹੈ। ਬੱਚੇ ਦੇਣ ਵਾਲੇ ਜੰਤੂ ਜੋ ਸਿੱਧੇ ਹੀ ਬੱਚਿਆਂ ਨੂੰ ਵਿਕਸਿਤ ਕਰਦੇ ਹਨ। ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਮਨੁੱਖ। ਇਸ ਤੋਂ ਇਲਾਵਾ ਕਾਫੀ ਪਸ਼ੂ ਜਿਵੇਂ ਕਿ ਗਾਂ, ਮੱਝ ਵਗੈਰਾ ਇਹ ਵੀ ਸਿੱਧਾ ਬੱਚਿਆਂ ਨੂੰ ਹੀ ਜਨਮ ਦਿੰਦੇ ਹਨ। ਕੁਝ ਜੰਤੂ ਅੰਡੇ ਦਿੰਦੇ ਹਨ ਅਤੇ ਬਾਅਦ ਵਿੱਚ ਇਹਨਾਂ ਅੰਡਿਆਂ ਦੇ ਵਿੱਚ ਬੱਚਾ ਵਿਕਸਿਤ ਹੁੰਦਾ ਹੈ। ਇਸ ਦੀ ਉਦਾਹਰਣ ਆਪਾਂ ਪੜ੍ਹਦੇ ਹਾਂ ਮੁਰਗੀ। ਮੁਰਗੀ ਜੋ ਹੈ ਉਸ ਦੇ ਵਿੱਚ ਨਿਸ਼ੇਚਨ ਤਾਂ ਅੰਦਰੂਨੀ ਹੀ ਹੁੰਦਾ ਹੈ ਪਰ ਉਹ ਅੰਡਿਆਂ ਨੂੰ ਜਨਮ ਦਿੰਦੀ ਹੈ। ਅੰਡਾ ਵਿਸਰਜਿਤ ਕਰਨ ਤੋਂ ਪਹਿਲਾਂ ਉਸ ਉੱਤੇ ਇੱਕ ਕਠੋਰ ਕਵਚ ਆ ਜਾਂਦਾ ਹੈ ਤਾਂ ਜੋ ਉਹ ਬਾਹਰ ਆ ਕੇ ਨਾ ਟੁੱਟੇ। ਉਸ ਤੋਂ ਬਾਅਦ ਅੰਡੇ ਵਿੱਚੋਂ ਚੂਚਾ ਬਣਨ ਲਈ ਲਗਭਗ 3 ਹਫ਼ਤਿਆਂ ਦਾ ਸਮਾਂ ਲੱਗਦਾ ਹੈ।
ਉਸ ਸਮੇਂ ਦੌਰਾਨ ਜੋ ਮੁਰਗੀ ਹੈ ਉਹ ਉਹਨਾਂ ਅੰਡਿਆਂ ਦੇ ਉੱਪਰ ਹੀ ਬੈਠਦੀ ਹੈ, ਜਿਸ ਦਾ ਕਾਰਨ ਇਹ ਹੈ ਕਿ ਉਹ ਉਹਨਾਂ ਅੰਡਿਆਂ ਨੂੰ ਉਚਿਤ ਤਾਪ ਦੇ ਸਕੇ ਤਾਂ ਜੋ ਉਹਨਾਂ ਦੇ ਵਿੱਚ ਸੈੱਲਾਂ ਦਾ ਵਿਭਾਜਨ ਹੋ ਸਕੇ ਅਤੇ ਚੂਚੇ ਦਾ ਨਿਰਮਾਣ ਪੂਰੀ ਤਰ੍ਹਾਂ ਹੋ ਸਕੇ। ਅਤੇ ਜਦੋਂ ਪੂਰਾ ਨਿਰਮਾਣ ਹੋ ਜਾਂਦਾ ਹੈ ਤਾਂ ਇਹ ਜੋ ਅੰਡੇ ਦੇ ਬਾਹਰ ਕਠੋਰ ਕਵਚ ਹੁੰਦਾ ਹੈ ਉਹ ਆਪਣੇ ਆਪ ਹੀ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਸ ਵਿੱਚ ਚੂਚੇ ਦਾ ਨਿਰਮਾਣ ਹੋ ਜਾਂਦਾ ਹੈ।